ਪਿੰਡਾਂ ਦੇ ਵਿੱਚ ਘੁੰਮ ਕੇ ਦੇਖਿਆ, ਕਸਬਿਆਂ ਦੇ ਵਿੱਚ ਘੁੰਮ ਕੇ ਦੇਖਿਆ, ਲੋਕਾਂ ਕੋਲੇ ਰਹਿਣ ਨੂੰ ਚੰਗੇ ਘਰ ਨਹੀਂ ਔਰ ਪੈਰਾਂ 'ਚ ਜੁੱਤੀ ਨਹੀਂ ਹੈਗੀ। ਇੱਕ ਸਕੂਲ ਦੇ ਬਾਹਰ ਮੈਂ ਲੰਘ ਰਿਹਾ ਸੀਗਾ, ਉਹ ਸਕੂਲ ਦੇ 80% ਬੱਚਿਆਂ ਦੇ ਪੈਰ ਤੋਂ ਨੰਗੇ ਸੀਗੇ, ਜੁੱਤੀਆਂ ਨਹੀਂ ਸੀਗੀਆਂ। ਜਿਵੇਂ ਗੁਜਰਾਤ ਦੀ ਆਪਾਂ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਗੁਜਰਾਤ ਦੇ ਰਹੇ ਨੇ, ਪਹਿਲਾਂ ਮੁੱਖ ਮੰਤਰੀ ਵੀ ਰਹੇ ਨੇ। ਕਿਤੇ ਨਾ ਕਿਤੇ ਕੀ ਲੱਗਦਾ ਕਿੰਨਾ ਕੁ ਪਿਛੋਕੜ ਕਿਵੇਂ ਆ ਉਹਨਾਂ ਦਾ, ਜਿਵੇਂ ਆਪਾਂ ਕਹਿ ਦਈਏ ਵੀ ਕਿੰਨੇ ਕੁ ਪਛੜੇ ਹੋਏ ਲੋਕ ਨੇ, ਜਿਵੇਂ ਦੇ ਅੱਜ ਹਾਲਾਤ ਤੁਸੀਂ ਉੱਥੇ ਦੇਖ ਕੇ ਆਏ ਹੋ? ਕਿਉਂਕਿ ਤੁਹਾਡੀ ਸਪੀਚ ਵੀ ਸੁਣਦੇ ਹੁੰਦੇ ਤੇ ਤੁਸੀਂ ਉੱਥੇ ਪੁੱਛਦੇ ਹੁੰਦੇ ਤੇ ਕਿ ਤੁਹਾਨੂੰ ਆਟਾ ਦਾਲ ਸਕੀਮ ਮਿਲਦੀ ਆ, ਕੋਈ ਲੋੜਵੰਦਾਂ ਨੂੰ ਕੋਈ ਚੀਜ਼ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ, ਕਿਵੇਂ ਦੇ ਹਾਲਾਤ ਨੇ ਉੱਥੇ? ਨਹੀਂ ਮਿਲ ਰਹੀ ਜੀ। 3 ਬੜੇ ਜੈਂਟਲਮੈਨ ਮੈਨੂੰ ਮਿਲੇ, ਕਹਿੰਦੇ ਜੀ ਤੁਸੀਂ ਪੰਜਾਬ ਤੋਂ? ਮੈਂ ਕਿਹਾ ਜੀ। ਕਹਿੰਦੇ ਜੀ ਹਵਾ ਤਾਂ ਬੜੀ ਅੱਛੀ ਹੈ, ਵੀ ਅਸੀਂ ਵੀ ਚਾਹੁੰਦੇ ਹਾਂ ਵੀ ਕਿ ਆਮ ਪਾਰਟੀ ਸਰਕਾਰ ਬਣੇ, ਝਾੜੂ ਨੂੰ ਵੋਟਾਂ ਪੈਣ, ਪਰ ਕਹਿੰਦੇ ਵੀ ਸਾਨੂੰ ਡਰ ਹੈ ਵੀ ਕਿਤੇ ਬੀਜੇਪੀ EVM ਦੇ ਵਿੱਚ ਕੋਈ ਗੜਬੜ ਨਾ ਕਰੇ, ਵੀ ਇੱਥੇ ਧਿਆਨ ਤੁਸੀਂ ਰੱਖੋ। ਮੈਂ ਕਿਹਾ ਜੀ ਇੱਦਾਂ ਕਿੱਦਾਂ, ਵੀ ਪੰਜਾਬ 'ਚ ਵੀ ਇਹ ਕਹਿੰਦੇ ਸੀ, ਵੀ ਕਹਿੰਦੇ ਨਹੀਂ ਪੰਜਾਬ ਦੀ ਗੱਲ ਹੋਊਗਾ। ਵੈਸੇ ਮਾਨ ਸਾਹਿਬ ਇੱਕ ਗੱਲ ਹੋਰ ਸਾਹਮਣੇ ਆਉਂਦੀ ਆ ਕਿ ਆਮ ਆਦਮੀ ਪਾਰਟੀ ਤਾਂ ਜੀ ਕਾਂਗਰਸ ਨੂੰ ਹਰਾਉਣ ਜਾ ਰਹੀ ਹੈ, ਜਿਹੜੀ ਵੀ ਸਟੇਟ 'ਚ, ਜਿਹੜੇ ਵੀ ਸੂਬੇ 'ਚ। ਹੁਣ ਤੁਸੀਂ ਦੱਸੋ ਵੀ ਉੱਥੇ ਟੱਕਰ ਕਿਹਦੇ ਨਾਲ ਆ? ਤੁਸੀਂ ਆਪਣੀ ਟੱਕਰ ਕਿਹਦੇ ਨਾਲ ਮੰਨਦੇ ਹੋ? ਬੀਜੇਪੀ ਨਾਲ ਮੰਨਦੇ ਹੋ ਜਾਂ ਕਾਂਗਰਸ ਨਾਲ ਮੰਨਦੇ ਹੋ? ਦੇਖੋ ਆਮ ਪਾਰਟੀ ਦੀ ਟੱਕਰ ਤਾਂ ਨਾ ਜੀ, ਮੈਂ ਤਾਂ ਉੱਥੇ ਨਾਰਾ ਵੀ ਲਾਉਂਦਾ ਰਿਹਾ ਕਿ ਕਿਉਂ ਪੜੇ ਹੋਏ ਚੱਕਰ में कोई नहीं है आम पार्टी की टक्कर में। ਵਿਰੋਧੀ ਤਾਂ ਕੁਛ ਵੀ ਕਹੀ ਜਾਣ, ਵਿਰੋਧੀ ਤਾਂ ਪੰਜਾਬ ਭਾਵੇਂ ਸੋਨੇ ਦਾ ਬਣਾ ਦਿਓ, ਇਹ ਕਾਂਗਰਸੀ ਅਕਾਲੀ ਫਿਰ ਵੀ ਕਹੀ ਜਾਣਗੇ ਨਹੀਂ ਜੀ, ਨਹੀਂ ਸੋਨਾ ਡੁਪਲੀਕੇਟ ਸੀਗਾ ਜੀ। ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਬੰਦਾ ਕੋਈ ਕੰਮ ਕਰਦਾ, ਕੰਮ ਬੋਲਦੇ ਨੇ, ਲੋਕਾਂ 'ਚ ਚਰਚਾਵਾਂ ਹੁੰਦੀਆਂ ਨੇ ਕਿ ਕੰਮ ਹੋ ਰਹੇ ਨੇ, ਜੇ ਕੋਈ ਕਹਿ ਰਿਹਾ ਵੀ ਕੰਮ ਆ ਕਰਤੇ ਜੀ, ਬੋਰਡ ਲਾਤੇ, ਫਲੈਕਸਾਂ ਲਾਤੀਆਂ, ਪਰ ਕੰਮ ਨਹੀਂ ਹੋਏ, ਤਾਂ ਫਿਰ ਲੋਕ ਵੀ ਸਮਝਦੇ ਨੇ ਵੀ ਇਹ ਤਾਂ ਫਲੈਕਸਾਂ ਫਲੂਕਸਾਂ ਵੈਸੇ ਹੀ ਲੱਗੀਆਂ ਨੇ। ਕੀ ਪੂਰੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਬੰਦ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਬਿਲਕੁਲ ਹੋਣਾ ਚਾਹੀਦਾ ਜੀ। ਕਿ ਪੂਰੇ ਦੇਸ਼ ਦੇ ਵਿੱਚ, ਜਿਵੇਂ ਮੋਦੀ ਸਾਹਿਬ ਕਹਿੰਦੇ ਸੀ ਮੈਂ ਇੰਨੇ 10 ਕਰੋੜ ਨੌਕਰੀਆਂ ਦੇ ਦੂੰਗਾ, ਦਿੱਤਾ ਕੁਛ ਵੀ ਨਹੀਂ ਜੀ। ਮੋਦੀ ਇਹ ਵੀ ਕਹਿ ਰਹੇ ਨੇ, ਗੱਲਾਂ ਚਰਚਾਵਾਂ ਹੋ ਰਹੀਆਂ ਨੇ ਕਿ ਹਿਮਾਚਲ 'ਚ ਆਮ ਆਦਮੀ ਪਾਰਟੀ ਨੇ ਜ਼ੋਰ ਨਹੀਂ ਲਾਇਆ, ਵੀ ਹਿਮਾਚਲ ਤਾਂ ਪਹਿਲੀ ਹਾਰ ਮੰਨ ਗਈ ਆਮ ਆਦਮੀ ਪਾਰਟੀ, ਵੀ ਗੁਜਰਾਤ ਤੇ ਬੜਾ ਜ਼ੋਰ ਆ। ਗੁਜਰਾਤ ਤੇ ਕੀ ਕਰਨਾ, ਵੀ ਉਹ ਨਰਿੰਦਰ ਮੋਦੀ ਦਾ ਗੜਾ, ਬੀਜੇਪੀ ਦਾ ਗੜਾ, ਤਾਂ ਇੰਨਾ ਜ਼ੋਰ ਲਾਇਆ ਤੁਸੀਂ, ਤਾਂ ਸਾਰੇ MLA, ਕੈਬਨਿਟ ਮੰਤਰੀ, ਮੁੱਖ ਮੰਤਰੀ ਪੰਜਾਬ ਆਪ ਖੁਦ ਤਾਂ ਉੱਥੇ ਬੈਠ ਗਈ ਜਾ ਕੇ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਕਾਂਗਰਸ ਕਹਿੰਦੀ ਗੱਲ, ਕਾਂਗਰਸ ਦਾ ਪੰਜਾਬ 'ਚ ਕੀ ਜਲੂਸ ਨਿਕਲਿਆ ਪਿਆ ਜੀ। ਆਪ ਤਾਂ ਹੁਣ ਰਾਜਾ ਵੜਿੰਗ ਸਾਹਿਬ ਨੂੰ ਆਪਣੇ ਹੱਥਾਂ ਪੈਰਾਂ ਦੀ ਪਈ ਹੋਈ ਹੈ ਵੀ ਜਿੱਦਣ ਨਵਜੋਤ ਸਿੱਧੂ ਆ ਗਿਆ ਉਹਨੂੰ ਪ੍ਰਧਾਨ ਬਣਾਉਣਗੇ, ਮੈਨੂੰ ਹਟਾਉਣਗੇ ਜੀ। ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ। ਮੈਂ ਅਮਨਦੀਪ ਸਿੰਘ ਮਾਝਾ। ਹਿਮਾਚਲ ਪ੍ਰਦੇਸ਼ ਵਿੱਚ ਪਹਿਲਾਂ ਵੋਟਾਂ ਪਈਆਂ ਤੇ ਅੱਜ ਗੁਜਰਾਤ ਵਿੱਚ ਵੋਟਾਂ ਪੈ ਰਹੀਆਂ ਹਨ। ਗੁਜਰਾਤ ਦੀਆਂ ਕੁੱਲ 182 ਵਿਧਾਨ ਸਭਾ ਸੀਟਾਂ ਨੇ ਅਤੇ 99 ਸੀਟਾਂ ਤੇ ਅੱਜ VOTING ਹੋ ਰਹੀ ਆ ਅਤੇ 5 ਦਸੰਬਰ ਨੂੰ VOTING ਹੋਣੀ ਆ 93 ਵਿਧਾਨ ਸਭਾ ਸੀਟਾਂ ਤੇ। ਉਸ ਤੋਂ ਬਾਅਦ ਰਿਜ਼ਲਟ ਆਉਣਾ, ਨਤੀਜੇ ਆਉਣੇ ਨੇ 8 ਦਸੰਬਰ ਨੂੰ। ਨਤੀਜੇ ਆਉਣਗੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ, ਨਤੀਜੇ ਆਉਣਗੇ ਗੁਜਰਾਤ ਦੀਆਂ ਚੋਣਾਂ ਦੇ। ਸੋ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਜਿੱਤਦੀ ਆ, ਕਿਉਂਕਿ ਆਮ ਆਦਮੀ ਪਾਰਟੀ ਪੱਬਾਂ ਭਾਰ ਆ ਇਸ ਵਾਰ। ਗੁਜਰਾਤ 'ਚ ਚੋਣਾਂ ਲੜ ਰਹੇ ਨੇ, ਹਿਮਾਚਲ ਪ੍ਰਦੇਸ਼ 'ਚ ਚੋਣਾਂ ਲੜ ਰਹੇ ਨੇ। ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਜਿੱਤਦੀ ਆ, ਕਿਉਂਕਿ ਗੁਜਰਾਤ BJP ਦਾ ਗੜ੍ਹ ਮੰਨਿਆ ਜਾਂਦਾ। ਆਮ ਆਦਮੀ ਪਾਰਟੀ ਦੀ ਸਰਕਾਰ, ਜਾਨੀ ਕਿ ਪੰਜਾਬ ਦੇ ਕੈਬਨਿਟ ਮਿਨਿਸਟਰ, ਪੰਜਾਬ ਦੇ MLA ਪੂਰੇ ਉੱਥੇ ਕਿਤੇ ਨਾ ਕਿਤੇ ਦੜੇ ਰਹੇ ਨੇ। ਉਹਨਾਂ ਨੇ ਪੂਰਾ ਪ੍ਰਚਾਰ ਵੀ ਕੀਤਾ। ਸੋ ਸਾਡੇ ਨਾਲ ਹਲਕਾ ਨਾਭਾ ਤੋਂ ਗੁਰਦੇਵ ਸਿੰਘ ਦੇ ਮਾਨ ਮੌਜੂਦ ਨੇ, ਜੋ ਤਕਰੀਬਨ 10 ਦਿਨ ਲਾ ਕੇ ਉੱਥੇ ਆਏ ਨੇ। ਗੱਲਬਾਤ ਵੀ ਕਰਾਂਗੇ। ਮਾਨ ਸਾਹਿਬ, ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਜੀ। ਬਹੁਤ ਬਹੁਤ ਧੰਨਵਾਦ ਜੀ। ਮਾਨ ਸਾਹਿਬ, ਕਿੰਨੇ ਦਿਨ ਲਗਾ ਕੇ ਆਏ ਹੋ ਜੀ ਉੱਥੇ? ਮੈਂ ਤਕਰੀਬਨ ਉਹੀ 10 ਦਿਨ ਦੇ ਆਸ-ਪਾਸ ਦਾ ਟਾਈਮ ਲਾਇਆ ਜੀ। ਤੇ ਦਾਹੂਦ ਲੋਕ ਸਭਾ ਦੇ ਵਿੱਚ, ਗਰਵਾੜਾ ਵਿਧਾਨ ਸਭਾ ਤੇ ਡਿਊਟੀ ਲੱਗੀ ਸੀਗੀ ਤੇ ਬੜਾ ਅੱਛਾ ਮਾਹੌਲ ਹੈ ਜੀ। ਜਾਨੀ ਕਿ ਜਿਹੜੇ ਹਲਕੇ 'ਚ ਤੁਸੀਂ ਸੀ ਉਸ 'ਚ VOTING ਹੋ ਰਹੀ, ਅੱਜ ਪੈ ਰਹੀਆਂ ਨੇ ਵੋਟਾਂ? ਨਹੀਂ, 5 ਤਰੀਕ ਨੂੰ ਨੇ ਜੀ, 5 ਤਰੀਕ ਨੂੰ ਵੋਟਾਂ ਨੇ ਤੇ ਬਹੁਤ ਅੱਛਾ ਮਾਹੌਲ ਹੈ ਔਰ ਸਾਰਾ ਆਦੀਵਾਸੀ ਇਲਾਕਾ ਤੇ ਮਤਲਬ ਐ ਸਮਝ ਲਓ ਕਿ ਪਿੰਡਾਂ ਦੇ ਵਿੱਚ ਘੁੰਮ ਕੇ ਦੇਖਿਆ, ਕਸਬਿਆਂ ਦੇ ਵਿੱਚ ਘੁੰਮ ਕੇ ਦੇਖਿਆ, ਲੋਕਾਂ ਕੋਲੇ ਰਹਿਣ ਨੂੰ ਚੰਗੇ ਘਰ ਨਹੀਂ ਔਰ ਪੈਰਾਂ 'ਚ ਜੁੱਤੀ ਨਹੀਂ ਹੈਗੀ। ਇੱਕ ਸਕੂਲ ਦੇ ਬਾਹਰ ਮੈਂ ਲੰਘ ਰਿਹਾ ਸੀਗਾ, ਉਹ ਸਕੂਲ ਦੇ 80% ਬੱਚਿਆਂ ਦੇ ਪੈਰ ਤੋਂ ਨੰਗੇ ਸੀਗੇ, ਜੁੱਤੀਆਂ ਨਹੀਂ ਸੀਗੀਆਂ। ਇਹ ਗੁਜਰਾਤ ਮਾਡਲ ਦੀ ਗੱਲ ਕਰ ਰਹੇ ਹਾਂ 2022 ਦੀ, ਜਿਹਦੇ ਸਿਰ ਤੇ 2014 'ਚ ਮੋਦੀ ਸਾਹਿਬ ਨੇ ਹੋਕਾ ਦੇ ਕੇ ਕਿ ਗੁਜਰਾਤ ਮਾਡਲ ਮੈਂ ਦੇਖੋ ਜੀ ਕੈਸਾ ਬਣਾਤਾ, ਮੈਨੂੰ ਤੁਸੀਂ ਇੱਕ ਵਾਰੀ ਦੇਸ਼ ਚਲਾਉਣ ਦਾ ਮੌਕਾ ਦਿਓ, ਮੈਂ ਤੁਹਾਡਾ ਸੇਵਾਦਾਰ ਬਣ ਕੇ ਸੇਵਾ ਕਰਾਂਗਾ। ਅੱਜ ਉਹਨਾਂ ਨੂੰ 8 ਸਾਲ ਤੋਂ ਉੱਪਰ ਹੋ ਗਿਆ ਸਮਾਂ ਜੀ ਪ੍ਰਧਾਨ ਮੰਤਰੀ ਬਣਿਆ ਨੂੰ, ਦੂਜੀ ਵਾਰ ਬਣੇ ਨੇ। ਪਰ ਗੁਜਰਾਤ ਦੀ ਜਿਹੜੀ ਹਾਲਤ ਹੈ ਬਦ ਤੋਂ ਬਦਤਰ ਹੈ ਔਰ ਲੋਕ ਜਿਹੜੇ ਆ ਬੜੇ ਸਹਿਮੇ ਹੋਏ, ਡਰੇ ਹੋਏ ਨੇ, ਕਿਉਂਕਿ 27 ਸਾਲ ਤੋਂ BJP ਹੈ ਔਰ ਲੋਕਾਂ ਦੇ ਅੰਦਰ ਇੱਕ ਡਰ ਵਸਿਆ ਹੋਇਆ ਵੀ
ਬੀਜੇਪੀ ਜਿਹੜੀ ਹੈ ਹਰ ਵਾਰ ਸਰਕਾਰ ਬਣਾ ਜਾਂਦੀ ਹੈ। ਬਿਲਕੁਲ ਇੱਕ ਮਾਨ ਸਾਹਿਬ ਇਹ ਦੱਸੋ ਉੱਥੇ ਦੇ ਹਾਲਾਤਾਂ ਦੀ ਗੱਲ ਕਰਾਂਗੇ ਕਿ ਜਿਵੇਂ ਗੁਜਰਾਤ ਦੀ ਆਪਾਂ ਗੱਲ ਕਰਦੇ ਹਾਂ, ਪ੍ਰਧਾਨ ਮੰਤਰੀ ਗੁਜਰਾਤ ਦੇ ਰਹੇ ਨੇ, ਪਹਿਲਾਂ ਮੁੱਖ ਮੰਤਰੀ ਵੀ ਰਹੇ ਨੇ, ਕਿਤੇ ਨਾ ਕਿਤੇ ਕੀ ਲੱਗਦਾ ਕਿੰਨਾ ਕੁ ਪਿਛੋਕੜ ਕਿਵੇਂ ਆ ਉਹਨਾਂ ਦਾ, ਜਿਵੇਂ ਆਪਾਂ ਕਹਿ ਦਈਏ ਵੀ ਕਿੰਨੇ ਕੁ ਪਛੜੇ ਹੋਏ ਲੋਕ ਨੇ ਜਿਵੇਂ ਦੇ ਅੱਜ ਹਾਲਾਤ ਤੁਸੀਂ ਉੱਥੇ ਦੇਖ ਕੇ ਆਏ ਹੋ, ਕਿਉਂਕਿ ਤੁਹਾਡੀ ਸਪੀਚ ਵੀ ਸੁਣਦੇ ਹੁੰਦੇ ਤੇ ਤੁਸੀਂ ਉੱਥੇ ਪੁੱਛਦੇ ਹੁੰਦੇ ਤੇ ਕਿ ਤੁਹਾਨੂੰ ਆਟਾ ਦਾਲ ਸਕੀਮ ਮਿਲਦੀ ਆ, ਕੋਈ ਲੋੜਵੰਦਾਂ ਨੂੰ ਕੋਈ ਚੀਜ਼ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ, ਕਿਵੇਂ ਦੇ ਹਾਲਾਤ ਨੇ ਉੱਥੇ? ਨਹੀਂ ਮਿਲ ਰਹੀ ਜੀ। ਪੀਣ ਵਾਲਾ ਪਾਣੀ ਤੱਕ ਹੈ ਨਹੀਂ ਲੋਕਾਂ ਕੋਲੇ। ਖੂਹ ਦਾ ਪਾਣੀ ਪੀਂਦੇ ਨੇ, ਬਰਸਾਤੀ ਪਾਣੀ ਇਕੱਠਾ ਹੋ ਜਾਂਦਾ ਉਹ ਪਾਣੀ ਪੀਂਦੇ ਨੇ ਜੀ, ਉਹਦੇ ਨਾਲ ਹੀ ਖੇਤੀ ਕਰਦੇ ਨੇ ਜੀ। ਜਾਣੀ ਕਿ ਕੋਈ ਟੈਂਕੀ ਨਹੀਂ ਲੱਗੀ ਹੋਈ ਜਿਵੇਂ ਆਪਾਂ ਕਹਿ ਦਈਏ ਵੀ? ਕੋਈ ਟੈਂਕੀ ਨਹੀਂ ਜੀ। ਪਥਰੀਲਾ ਇਲਾਕਾ, ਕਈ ਜਗ੍ਹਾ ਜ਼ਮੀਨ ਵੀ ਹੈਗੀ ਆ, 1 ਏਕੜ, ਅੱਧਾ ਏਕੜ, 2 ਏਕੜ ਤੱਕ ਤੋਂ ਜ਼ਮੀਨ ਵੱਧ ਕਿਸੇ ਕੋਲ ਹੈ ਨਹੀਂ। ਉਹੀ ਛੋਲੇ, ਮੱਕੀ, ਕਣਕ ਆ ਬੀਜ ਕੇ ਲੋਕ ਗੁਜ਼ਾਰਾ ਕਰਦੇ ਨੇ ਜੀ। ਬਹੁਤ ਮਾੜੀ ਹਾਲਤ ਹੈ ਜੀ। ਔਰ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਗੱਲ ਘਰ ਕਰ ਗਈ ਹੈ ਕਿ ਆਮ ਆਦਮੀ ਪਾਰਟੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਗੁਜਰਾਤ ਦੇ ਵਿੱਚ, ਅਤੇ ਜਦੋਂ ਉਹ ਅਰਵਿੰਦ ਕੇਜਰੀਵਾਲ ਸਾਹਿਬ, ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਜਦੋਂ ਉੱਥੇ ਸਪੀਚਾਂ ਸੁਣਦੇ ਨੇ ਔਰ ਪੰਜਾਬ ਦੀ ਅਪਡੇਟ ਔਰ ਦਿੱਲੀ ਦੀ ਅਪਡੇਟ, ਦਿੱਲੀ ਦੇ ਮੁਹੱਲਾ ਕਲੀਨਿੰਗ, ਦਿੱਲੀ ਦੇ ਸਕੂਲ ਜਿਹੜੇ ਕਿ 10 ਟੌਪ 10 ਸਕੂਲ ਜਿਹੜੇ ਦੇਸ਼ ਦੇ, ਉਹਦੇ ਵਿੱਚੋਂ 5 ਇਕੱਲੇ ਦਿੱਲੀ ਦੇ ਆ, ਔਰ ਪੰਜਾਬ ਦੇ ਵਿੱਚ ਕਿਵੇਂ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ, ਕਿਵੇਂ ਐਜੂਕੇਸ਼ਨ ਦੇ ਵਿੱਚ ਨਵਾਂ ਰੈਵੋਲੂਸ਼ਨ ਸ਼ੁਰੂ ਹੋ ਰਿਹਾ, ਕਿਵੇਂ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ, ਕਿਵੇਂ ਨਵੇਂ ਪਟਵਾਰੀ ਰੱਖੇ ਜਾ ਰਹੇ ਨੇ, ਕਿਵੇਂ ਸਰਕਾਰੀ ਜੌਬਾਂ ਜਿਹੜੀਆਂ ਲਗਾਤਾਰ ਉਹਦੀ ਭਰਤੀ ਕੀਤੀ ਜਾ ਰਹੀ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਗੁਜਰਾਤ ਤੱਕ ਪਹੁੰਚਦੀਆਂ ਨੇ। ਔਰ ਉਹਨਾਂ ਦੇ ਮਨ ਦੇ ਵਿੱਚ ਵੀ ਗੱਲ ਹੈਗੀ ਆ ਵੀ 27 ਸਾਲ ਤੋਂ ਬੀਜੇਪੀ ਨੂੰ ਮੌਕਾ ਦਿੱਤਾ, ਕਾਂਗਰਸ ਕਿਸੇ ਕੰਮ ਦੀ ਹੈ ਨਹੀਂ ਜੀ, ਕਿਸੇ ਫਾਈਟ 'ਚ ਹੈ ਨਹੀਂ, ਅਤੇ ਉਹਨਾਂ ਦਾ ਮਨ ਦੇ ਵਿੱਚ ਇਹ ਗੱਲ ਜ਼ਰੂਰ ਘਰ ਕਰ ਰਹੀ ਹੈ ਵੀ ਕਿਉਂ ਨਾ ਅਸੀਂ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਦਈਏ। ਬਿਲਕੁਲ ਮਾਨ ਸਾਹਿਬ, ਜਿਵੇਂ ਗੱਲਬਾਤ ਕਰਦੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਪੰਜਾਬ 'ਚ ਆਈ ਜੀ, ਉਸ ਤੋਂ ਪਹਿਲਾਂ ਡਿਸਪੈਂਸਰੀਆਂ ਹੁੰਦੀਆਂ ਸੀ ਪਿੰਡਾਂ 'ਚ, ਜਾਂ ਜੋ ਪੀਲੇ ਕਾਰਡ ਬਣਾਏ ਹੋਏ ਨੇ, ਨੀਲੇ ਕਾਰਡ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਦੇ ਨੇ, ਕਾਂਗਰਸ ਦੇ ਸਮੇਂ ਦੇ ਨੇ। ਕੀ ਲੱਗਦਾ ਜਿਵੇਂ ਤੁਸੀਂ ਗੱਲ ਕਹਿ ਰਹੇ ਹੋ ਉੱਥੇ ਕੁਝ ਵੀ ਨਹੀਂ ਹੈਗਾ ਐਵੇਂ ਦਾ ਜੀ, ਜਿਵੇਂ ਪਿੰਡ 'ਚ ਡਿਸਪੈਂਸਰੀ ਸਰਕਾਰੀ ਜਾਂ ਕੋਈ ਹੋਰ ਪਹਿਲਾਂ ਕੋਈ ਇਹੋ ਜਿਹੀ ਸਹੂਲਤ ਤਾਂ ਹੋਣੀ ਉੱਥੇ? ਮੈਂ ਤਾਂ ਨਹੀਂ ਦੇਖੀ ਜੀ ਕੋਈ ਡਿਸਪੈਂਸਰੀ। ਪ੍ਰਾਈਵੇਟ ਹਸਪੀਟਲ ਮੈਂ ਜ਼ਰੂਰ ਦੇਖੇ ਆ, ਆਪਣੇ ਕੋਈ ਘਰਾਂ 'ਚ ਬਣਾਏ ਹੋਏ ਆ, ਪਰ ਸਰਕਾਰੀ ਡਿਸਪੈਂਸਰੀ ਮੈਂ ਨਹੀਂ ਦੇਖੀ। ਅਤੇ ਇੱਕ ਮੈਨੂੰ ਬਜ਼ੁਰਗ ਮਿਲਿਆ 65 ਸਾਲ ਦਾ, ਉਹ ਬੱਕਰੀਆਂ ਚਾਰ ਰਿਹਾ ਸੀਗਾ ਜੀ, ਅਤੇ ਉਹਦੇ ਨਾਲ ਗੱਲਬਾਤ ਕੀਤੀ ਅਤੇ ਉਹਨੂੰ ਪੁੱਛਿਆ ਵੀ ਤੁਹਾਡੇ ਪੈਰਾਂ 'ਚ ਜੁੱਤੀ ਹੈ ਨਹੀਂ ਅਤੇ ਕਿਵੇਂ ਗੁਜ਼ਾਰਾ ਕਰਦੇ ਹੋ? ਕਹਿੰਦੇ ਜੀ ਸਾਡੀ ਜ਼ਿੰਦਗੀ ਦਾ ਸਾਨੂੰ ਹਮੇਸ਼ਾ ਹੀ ਨਾ ਤਾਂ ਸਾਨੂੰ ਪਹਿਲਾਂ ਕਾਂਗਰਸ ਨੇ ਪੁੱਛਿਆ ਅਤੇ ਨਾ ਹੁਣ ਬੀਜੇਪੀ ਪੁੱਛਦੀ ਹੈ, ਸਾਡੇ ਤੱਕ ਕੋਈ ਪਹੁੰਚ ਹੀ ਨਹੀਂ ਕਰਦਾ ਜੀ। ਵੋਟਾਂ ਆਉਂਦੀਆਂ ਨੇ ਔਰ ਇੱਥੇ ਬੀਜੇਪੀ ਉਹੀ ਨਸ਼ਾ ਨੁਸ਼ਾ ਪੈਸੇ ਪੂਸੇ ਵੰਡ ਕੇ, ਠੀਕ ਹੈ ਨਾ ਜੀ, ਆਪਣਾ ਸਿਸਟਮ ਜਿਹੜਾ ਉਹਨੇ ਬਣਾਇਆ ਹੋਇਆ ਉਹਦੇ ਮੁਤਾਬਕ ਲੋਕ ਵੋਟਾਂ ਪਾ ਦਿੰਦੇ ਆ, ਜਿਹੜੇ ਕੋਈ ਨਾਰਾਜ਼ ਆ ਨਹੀਂ ਵੀ ਪਾਉਂਦੇ। ਅਤੇ ਉਹ ਕਹਿੰਦੇ ਵੀ ਸਾਡੀ ਪੁੱਛ ਪੜਤਾਲ ਜਿਵੇਂ ਮੋਦੀ ਸਾਹਿਬ ਗੁਜਰਾਤ ਦੇ ਨੇ, ਪ੍ਰਧਾਨ ਮੰਤਰੀ ਨੇ, ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਨੇ ਪੂਰੇ ਦੇਸ਼ ਦੇ, ਜਿਵੇਂ ਗੁਜਰਾਤ ਨੂੰ ਉਹ ਚੀਜ਼ ਜਿਹੜੀ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲੀ। ਹਾਂ, ਵੱਡੇ ਸ਼ਹਿਰ ਜਿਵੇਂ ਆ, ਵੱਡੇ ਸ਼ਹਿਰਾਂ ਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਅਹਿਮਦਾਬਾਦ, ਗਾਂਧੀ ਨਗਰ ਦੀ, ਜਾਂ ਆਪਾਂ ਸੂਰਤ ਦੀ ਗੱਲ ਕਰੀਏ ਜਾਂ ਬੜੌਦਾ ਦੀ ਗੱਲ ਕਰੀਏ, ਇਹ ਜ਼ਰੂਰ ਡਿਵੈਲਪ ਨੇ ਜੀ, ਕਿਉਂਕਿ ਵੱਡੇ ਸ਼ਹਿਰ ਨੇ। ਜਿਵੇਂ ਵੱਡੇ ਸ਼ਹਿਰ ਤਾਂ ਪੰਜਾਬ 'ਚ ਵੀ ਡਿਵੈਲਪ ਤਾਂ ਬੇਸਿਕਲੀ ਦੁਕਾਨਦਾਰਾਂ ਨੇ ਕੀਤੇ ਹੋਏ ਜੀ, ਆਪਣੀ ਦੁਕਾਨ ਆਪ ਵਧੀਆ ਬਣਾ ਕੇ, ਜਾਂ ਡਿਵੈਲਪਰ ਜਿਹੜੇ ਨੇ, ਜਿਹੜੇ ਮਕਾਨ ਜਾਂ ਫਲੈਟ ਬਣਾ ਕੇ ਵੇਚਦੇ ਆ, ਉਹੀ ਡਿਵੈਲਪ ਕਰਦੇ ਆ। ਵੈਸੇ ਗੱਲ ਕਰੀਏ, ਗੱਲ ਤਾਂ ਉੱਥੇ ਦੀ ਆ ਜੀ, ਜੇ ਪਿੰਡਾਂ 'ਚ ਨਾਲੀਆਂ ਬਣੀਆਂ ਹੋਈਆਂ ਨੇ ਜਾਂ ਪਿੰਡ 'ਚ ਸਹੂਲਤਾਂ ਨੇ, ਗੱਲ ਤਾਂ ਉਹੀ ਸਾਹਮਣੇ ਆਉਂਦੀ ਹੈ ਜੇ ਮੇਨ ਆਪਾਂ ਸਰਕਾਰ ਦੀ ਜ਼ਿੰਮੇਵਾਰੀ ਕਹੀਏ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਜੀ, ਮੇਰਾ ਖਿਆਲ ਹੈ ਮੈਂ ਆਪਣੀ 10 ਦਿਨਾਂ ਦੀ ਕੰਪੇਨ ਦੇ ਵਿੱਚ 2-3 ਕੁ ਸਾਈਕਲ ਦੇਖੇ ਨੇ ਜੀ, 10 ਕੁ ਮੋਟਰਸਾਈਕਲ ਦੇਖੇ ਹੋਣੇ ਉਸ ਇਲਾਕੇ 'ਚ। ਹੈ ਹੀ ਨਹੀਂ ਲੋਕਾਂ ਕੋਲ ਜੀ, ਸਾਈਕਲ ਵੀ ਨਹੀਂ ਹੈਗੇ। ਸਾਈਕਲ ਵੀ ਹੈ ਨਹੀਂ ਜੀ, ਸਾਈਕਲ ਹੈ ਨਹੀਂ, ਮੋਟਰਸਾਈਕਲ ਹੈ, ਲੋਕ ਪੈਦਲ ਚੱਲਦੇ ਨੇ ਜੀ, ਕੋਈ ਬੱਸ ਨਹੀਂ ਜੀ, ਸੜਕਾਂ ਦੀ ਬਹੁਤ ਮਾੜੀ ਹਾਲਤ ਹੈ ਜੀ। ਇਹ ਅਸਲੀ ਗੁਜਰਾਤ ਦੀ ਤਸਵੀਰ ਹੈ। ਹੁਣ ਫੈਸਲਾ ਤਾਂ ਗੁਜਰਾਤੀਆਂ ਨੇ ਕਰਨਾ ਜੀ, ਕਿਉਂਕਿ ਉਹਨਾਂ ਨੇ ਰਹਿਣਾ। ਅਸੀਂ ਕਹਿੰਦੇ ਸੀ ਉੱਥੇ, ਮੈਂ ਆਪਣੀ ਕੰਪੇਨ 'ਚ ਵੀ ਦੇਖੋ ਮੈਂ ਤਾਂ ਪੰਜਾਬ ਵਾਪਸ ਚਲੇ ਜਾਣਾ, ਤੁਸੀਂ ਇੱਥੇ ਰਹਿਣਾ, ਤੁਹਾਡੇ ਵਾਸਤੇ ਮੌਕਾ। ਔਰ ਵੋਟ ਪਾਉਣ ਦਾ ਅਧਿਕਾਰ ਹਰ ਇੱਕ ਦਾ, ਚਾਹੇ ਪ੍ਰਧਾਨ ਮੰਤਰੀ ਹੈ ਚਾਹੇ ਤੁਸੀਂ ਹੋ, ਵੋਟ ਦਾ ਅਧਿਕਾਰ ਬਰਾਬਰ ਹੈ। ਜੇ ਉੱਥੇ ਤੇ ਦੇਖਣਾ ਤਾਂ ਹੈ ਨਹੀਂ ਕਿਸੇ ਨੇ, ਪਰਮਾਤਮਾ ਨੂੰ ਪਤਾ, ਤੁਹਾਨੂੰ ਪਤਾ ਤੁਸੀਂ ਕਿਹਨੂੰ ਵੋਟ ਪਾਈ ਹੈ, ਫਿਰ ਤੁਸੀਂ ਕਿਉਂ ਨਹੀਂ ਬਦਲਾਅ ਕਰਦੇ? ਬਦਲਾਅ ਦੇ ਵਿੱਚ ਹਮੇਸ਼ਾ ਹੀ ਫਾਇਦਾ ਜਿਹੜਾ ਉਹ ਪਬਲਿਕ ਦਾ ਹੁੰਦਾ, ਲੋਕਾਂ ਦਾ ਹੁੰਦਾ। ਅਤੇ ਉਹ ਕਹਿੰਦੇ ਸੀ ਵੀ ਹਾਂ ਇਸ ਵਾਰ ਮੂਡ ਤਾਂ ਹੈਗਾ। ਪਰ ਇੱਕ ਮੈਂ ਸ਼ਾਮ ਨੂੰ ਬਾਜ਼ਾਰ ਦੇ ਵਿੱਚ ਕੁਛ ਮੈਂ ਫਰੂਟ ਵਗੈਰਾ ਲਿਆ ਸੀ, ਅਤੇ 3 ਬੜੇ ਜੈਂਟਲਮੈਨ ਮੈਨੂੰ ਮਿਲੇ, ਕਹਿੰਦੇ ਜੀ ਤੁਸੀਂ ਪੰਜਾਬ ਤੋਂ? ਮੈਂ ਕਿਹਾ ਜੀ। ਕਹਿੰਦੇ ਜੀ ਹਵਾ ਤਾਂ ਬੜੀ ਅੱਛੀ ਹੈ, ਵੀ ਅਸੀਂ ਵੀ ਚਾਹੁੰਦੇ ਹਾਂ ਵੀ ਕਿ ਆਮ ਪਾਰਟੀ ਸਰਕਾਰ ਬਣੇ, ਝਾੜੂ ਨੂੰ ਵੋਟਾਂ ਪੈਣ। ਠੀਕ ਹੈ ਜੀ, ਉੱਥੇ ਬੇਹੜੂ ਕਹਿੰਦੇ ਜੀ ਝਾੜੂ ਨੂੰ, ਠੀਕ ਹੈ ਜੀ। ਅਤੇ ਪਰ ਕਹਿੰਦੇ ਵੀ ਸਾਨੂੰ ਡਰ ਹੈ ਵੀ ਕਿਤੇ ਬੀਜੇਪੀ EVM ਦੇ ਵਿੱਚ ਕੋਈ ਗੜਬੜ ਨਾ ਕਰੇ, ਵੀ ਇੱਥੇ ਧਿਆਨ ਤੁਸੀਂ ਰੱਖੋ। ਮੈਂ ਕਿਹਾ ਜੀ ਇੱਦਾਂ ਕਿੱਦਾਂ, ਵੀ ਪੰਜਾਬ 'ਚ ਵੀ ਇਹ ਕਹਿੰਦੇ ਸੀ ਵੀ, ਕਹਿੰਦੇ ਨਹੀਂ ਪੰਜਾਬ ਦੀ ਗੱਲ ਹੋਰ ਆ, ਪੰਜਾਬ ਦੇ ਲੋਕ ਡਰੇ ਹੋਏ ਨੇ, ਲੋਕ
ਬਹੁਤ ਨੇ, ਲੋਕ ਬੋਲਦੇ ਨਹੀਂ। ਤੇ ਜੇ ਕੋਈ ਮੈਂ ਜਿਵੇਂ ਦੇਖਦਾ ਸੀ ਕੋਈ ਇੰਡਸਟਰੀ ਲੱਗੀ ਹੋਈ ਹੈ ਜਾਂ ਕੋਈ ਛੋਟਾ ਮੋਟਾ ਜਿਵੇਂ ਹਸਪੀਟਲ ਜਾਂ ਕੋਈ ਬਣਾਇਆ ਹੈ, ਉੱਥੇ ਸਾਰੇ ਬੀਜੇਪੀ ਨਾਲ ਰਿਲੇਟਡ ਸੀਗੇ, ਕਿਉਂਕਿ 27 ਸਾਲ ਤੋਂ ਸਰਕਾਰ ਹੈ ਜੀ। ਅਗਲਾ ਸੋਚਦਾ ਵੀ ਕਿੱਥੇ ਮੱਥਾ ਮਾਰਾਂਗੇ, ਸਿੱਧਾ ਇਹਨਾਂ ਦੇ ਜਾ ਕੇ ਪੈਰ ਫੜ ਲਓ, ਆਪਦਾ ਕੰਮ ਚੱਲਦਾ। ਪਰ ਜਿਹੜੀ ਜ਼ਿਆਦਾਤਰ ਬਹੁਤਾਤ ਲੋਕਾਂ ਦੀ ਆਵਾਜ਼ ਹੈ ਉਹ ਇਹ ਹੈ ਕਿ ਇਸ ਵਾਰ ਅਸੀਂ ਚੇਂਜ ਕਰਨੀ ਚਾਹੁੰਦੇ ਹਾਂ। ਬਾਕੀ ਦੇਖੋ, ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ ਜੀ, ਅਤੇ ਜੇ ਆਪਾਂ ਆਪਣੇ ਬੱਚਿਆਂ ਦੇ ਭਵਿੱਖ ਲਈ ਸੁਚੇਤ ਹਾਂ, ਠੀਕ ਹੈ, ਉਹਦਾ ਬੈਨੀਫਿਟ ਆਪਾਂ ਨੂੰ ਮਿਲੂਗਾ। ਜੇ ਆਪਾਂ ਨਹੀਂ ਸੁਚੇਤ ਹੈਗੇ ਤਾਂ ਨੁਕਸਾਨ ਵੀ ਆਪਣਾ ਹੀ ਹੋਊਗਾ ਜੀ। ਬਿਲਕੁਲ। ਮਾਨ ਸਾਹਿਬ ਕਿਵੇਂ ਦੇਖਦੇ ਹੋ, ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਆ ਕਿ ਆਮ ਆਦਮੀ ਪਾਰਟੀ ਨੇ ਨਵਾਂ ਕਲਚਰ ਸ਼ੁਰੂ ਕਰਤਾ ਜੀ। ਉਹ ਕਲਚਰ ਕੀ ਆ ਵੀ ਪੂਰੇ ਦੀ ਪੂਰੀ ਪੰਜਾਬ ਸਰਕਾਰ ਉੱਥੇ ਚਲੀ ਗਈ ਜੀ, ਕੈਬਨਿਟ ਮਿਨਿਸਟਰ ਉੱਥੇ ਗਏ, ਮੁੱਖ ਮੰਤਰੀ ਉੱਥੇ ਗਿਆ, ਕਿ ਪੰਜਾਬ ਦਾ ਵਿਰੋਧੀ ਪਾਰਟੀਆਂ ਵੀ ਇਹ ਕਹਿ ਰਹੇ ਨੇ ਕਿ ਪੰਜਾਬ ਤਾਂ ਬਿਨਾਂ ਸਰਕਾਰ ਤੋਂ ਚੱਲਿਆ ਜਿੰਨਾ ਟਾਈਮ ਵੋਟਾਂ ਚੱਲੀਆਂ ਨੇ ਇੱਥੇ ਜੀ। ਨਹੀਂ ਨਹੀਂ, ਇਹ ਤਾਂ ਸਰਾਸਰ ਗਲਤ ਹੈ ਜੀ। ਸਾਡੇ ਮੁੱਖ ਮੰਤਰੀ ਸਾਹਿਬ ਵੀ ਜੇ ਸਵੇਰੇ ਗਏ ਨੇ ਤਾਂ 2-3 ਸਭਾ ਕਰਕੇ ਸ਼ਾਮ ਨੂੰ ਵਾਪਸ ਆ ਗਏ, 2 ਦਿਨ ਇੱਥੇ ਲਾਏ, ਫਿਰ ਚਲੇ ਗਏ, ਫਿਰ ਆ ਗਏ। ਇੱਦਾਂ ਲਗਾਤਾਰ ਉਹਨਾਂ ਦਾ ਪ੍ਰੋਗਰਾਮ ਜਿਹੜਾ ਹੁਣ ਵੀ ਚੱਲ ਰਿਹਾ, ਪਹਿਲਾਂ ਵੀ ਚੱਲਦਾ ਰਿਹਾ। ਔਰ ਅਸੀਂ ਵੀ ਜਿਵੇਂ ਚਲੇ ਗਏ ਆ ਗਏ, ਚਲੇ ਗਏ ਆ ਗਏ, ਇਹ ਨਹੀਂ ਵੀ ਪਰਮਾਨੈਂਟ ਜਾ ਕੇ ਉੱਥੇ ਬਹਿ ਗਏ, ਕਿਉਂਕਿ ਪਿੱਛੇ ਵੀ ਵਿਧਾਨ ਸਭਾ ਦੇ ਕੰਮ ਨੇ, ਬਹੁਤ ਸਾਰੇ ਲੋਕ ਦਫ਼ਤਰਾਂ 'ਚ ਵਿੱਚ ਆਉਂਦੇ ਨੇ। ਔਰ ਲਗਾਤਾਰ ਸਾਡੀ ਤਾਂ ਟੀਮ ਇੱਥੇ ਪ੍ਰੋਪਰ ਬੈਠੀ ਹੈ, ਅਤੇ ਉਹ ਲਗਾਤਾਰ ਫੀਡਬੈਕ ਕਿਹੜੇ ਲੋਕ ਆ ਰਹੇ ਨੇ, ਕੋਈ ਥਾਣਿਆਂ ਦੇ ਕੰਮ ਨੇ, ਕੋਈ ਦਫ਼ਤਰਾਂ ਦੇ ਕੰਮ ਨੇ, ਸਾਰੇ ਲਗਾਤਾਰ ਉਹਦੀ ਵੀ ਲਗਾਤਾਰ ਜਿਹੜੀ ਹੈ ਫੀਡਬੈਕ ਲੈਂਦੇ ਸੀ। ਔਰ ਜਿਹੜੇ ਕੰਮ ਹੋਣ ਵਾਲੇ ਆ ਉਹਦੀ ਲਗਾਤਾਰ ਅਫਸਰ ਸਾਹਿਬਾਨਾਂ ਨਾਲ ਵੀ ਗੱਲ ਕਰਦੇ ਸੀਗੇ। ਅਤੇ ਇਹ ਤਾਂ ਵਿਰੋਧੀਆਂ ਕੋਲ ਹੋਰ ਤਾਂ ਕੁਛ ਹੈ ਨਹੀਂ ਜੀ। ਕਾਂਗਰਸ ਆਪ ਤਾਂ ਕਿਤੇ ਜਾਣ ਜੋਗੀ ਹੈ ਨਹੀਂ ਜੀ, ਨਾ ਹੀ ਇਹ ਕਿਤੇ ਗਏ ਨੇ ਜੀ, ਅਤੇ ਨਾ ਹੀ ਇਹ ਜਾਣ ਜੋਗੇ ਹੈਗੇ ਨੇ ਜੀ। ਅਤੇ ਆਮ ਆਦਮੀ ਪਾਰਟੀ ਆ, ਠੀਕ ਆ, ਸਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ। ਹੁਣ ਜਿਹੜਾ ਕੀ ਕਹਿੰਦੇ ਆ ਵੀ, ਜੇ ਬਾਬਾ ਬੁੱਲੇ ਸ਼ਾਹ ਕਹਿੰਦੇ ਜਾਗ ਬਿਨਾਂ ਦੁੱਧ ਜੰਮਦਾ ਨਹੀਂ ਹੋ, ਭਾਵੇਂ ਲਾਲ ਹੋਵੇ ਕੜ ਕੜ ਕੇ। ਜਦ ਤੱਕ ਤੁਸੀਂ ਜਾਗ ਨਹੀਂ ਲਾਓਗੇ ਫਿਰ ਦੇਸ਼ ਕਿਵੇਂ ਜਾਗੂਗਾ ਜੀ? ਹੈ ਤਾਂ ਸਾਡਾ ਹੀ ਦੇਸ਼ ਨਾ, ਗੁਜਰਾਤ ਕਿਹੜਾ ਕੋਈ ਬਾਹਰੋਂ ਆ ਜੀ। ਇੱਕ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਜੀ ਕਿ ਅਸੀਂ ਦੂਜੀ ਸਟੇਟਾਂ 'ਚ ਜਾ ਕੇ ਵੀ ਜਾਗ ਲਾਈਏ, ਉਹਨਾਂ ਨੂੰ ਜਗਾਈਏ ਕਿ ਭਾਈ ਜੇ ਦਿੱਲੀ ਜਾਗਿਆ ਤਾਂ ਉੱਥੇ ਏਡਾ ਵੱਡਾ ਰੈਵੋਲੂਸ਼ਨ ਆ ਗਿਆ ਐਜੂਕੇਸ਼ਨ ਤੇ ਹੈਲਥ ਦੇ ਵਿੱਚ। ਪੰਜਾਬ ਜਾਗਿਆ, ਪੰਜਾਬ ਦੇ ਵਿੱਚ ਵੀ ਲੋਕਾਂ ਦੇ ਬਿੱਲ ਜ਼ੀਰੋ ਆਉਣੇ ਸ਼ੁਰੂ ਹੋ ਗਏ, ਨੌਕਰੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਭ੍ਰਿਸ਼ਟਾਚਾਰ 'ਚ ਵੱਡੀ ਕਮੀ ਹੈ, ਨਸ਼ੇ ਦੇ ਵਿੱਚ ਵੱਡੀ ਕਮੀ ਦੇਖਣ ਨੂੰ ਮਿਲ ਰਹੀ ਹੈ, ਔਰ ਲੋਕਾਂ ਦੇ ਮੈਰਿਟ ਦੇ ਆਧਾਰ 'ਤੇ ਬੱਚਿਆਂ ਨੂੰ ਮੌਕੇ ਮਿਲ ਰਹੇ ਨੇ ਸਰਕਾਰੀ ਜੋਬਾਂ ਦੇ ਵਿੱਚ। ਤਾਂ ਉਹ ਵੀ ਚਾਹੁੰਦੇ ਆ ਕਿ ਸਾਨੂੰ ਵੀ ਇਹ ਮਤਲਬ ਮੌਕੇ ਮਿਲਣ, ਪਰ ਉਹਨਾਂ ਨੂੰ ਦੱਸਣਾ ਕਿੰਨੇ ਆ ਜੀ? ਦੱਸਣਾ ਮੈਂ MLA ਹਾਂ ਜੀ। ਮੈਂ ਜਦੋਂ ਜਾ ਕੇ ਗੱਲ ਦੱਸਦਾ ਸੀ ਤਾਂ ਲੋਕ ਉਹ ਗੱਲ ਬੜੇ ਧਿਆਨ ਨਾਲ ਸੁਣਦੇ ਸੀ, ਔਰ ਬੁਰਾ ਸਾਹ ਰੋਕ ਕੇ ਸੁਣਦੇ ਸੀ ਗੱਲ ਵੀ। ਬਿਲਕੁਲ ਗੱਲ ਤੁਹਾਡੀ ਠੀਕ ਹੈ। ਵੈਸੇ ਮਾਨ ਸਾਹਿਬ ਇੱਕ ਗੱਲ ਹੋਰ ਸਾਹਮਣੇ ਆਉਂਦੀ ਆ ਕਿ ਆਮ ਆਦਮੀ ਪਾਰਟੀ ਤਾਂ ਜੀ ਕਾਂਗਰਸ ਨੂੰ ਹਰਾਉਣ ਜਾ ਰਹੀ ਹੈ, ਜਿਹੜੀ ਵੀ ਸਟੇਟ 'ਚ, ਜਿਹੜੇ ਵੀ ਸੂਬੇ 'ਚ। ਹੁਣ ਤੁਸੀਂ ਦੱਸੋ ਵੀ ਉੱਥੇ ਟੱਕਰ ਕਿਹਦੇ ਨਾਲ ਆ? ਤੁਸੀਂ ਆਪਣੀ ਟੱਕਰ ਕਿਹਦੇ ਨਾਲ ਮੰਨਦੇ ਹੋ? BJP ਨਾਲ ਮੰਨਦੇ ਹੋ ਜਾਂ ਕਾਂਗਰਸ ਨਾਲ ਮੰਨਦੇ ਹੋ? ਦੇਖੋ, ਆਮ ਪਾਰਟੀ ਦੀ ਟੱਕਰ ਤਾਂ ਨਾ ਜੀ, ਮੈਂ ਤਾਂ ਉੱਥੇ ਨਾਅਰਾ ਵੀ ਲਾਉਂਦਾ ਰਿਹਾ ਕਿ ਕਿਉਂ ਪੜੇ ਹੋਏ ਚੱਕਰ ਮੇਂ ਕੋਈ ਨਹੀਂ ਹੈ ਆਮ ਪਾਰਟੀ ਕੀ ਟੱਕਰ ਮੇਂ। ਸਾਡੀ ਤਾਂ ਲੜਾਈ ਆਪਣੇ ਆਪ ਨਾਲ ਹੈ, ਲੋਕਾਂ ਦੇ ਨਾਲ ਹੈ, ਲੋਕਾਂ ਨੂੰ ਨਾਲ ਜੋੜਨ ਦੀ ਲੜਾਈ ਹੈ। ਅਸੀਂ ਕੋਈ ਜਿਵੇਂ ਆਪਾਂ ਕਹਿ ਦਈਏ, ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਅਕਸਰ ਕਹਿੰਦੇ ਆ ਕਿ ਮੈਂ ਤਾਂ 130-40 ਕਰੋੜ ਲੋਕਾਂ ਦੀ ਗੱਲ ਕਰਨ ਵਾਲਾ ਬੰਦਾ, ਪੂਰੇ ਦੇਸ਼ ਦੀ ਗੱਲ ਕਰਨ ਵਾਲਾ ਬੰਦਾ, ਕਿ ਪੂਰੇ ਦੇਸ਼ ਨੂੰ ਇਸ ਵਿਸ਼ੇ 'ਤੇ ਇਕੱਠੇ ਹੋਣਾ ਚਾਹੀਦਾ। ਕਿ ਪੂਰੇ ਦੇਸ਼ ਨੂੰ ਅੱਛੀ ਐਜੂਕੇਸ਼ਨ ਮਿਲਣੀ ਚਾਹੀਦੀ ਕਿ ਨਹੀਂ ਮਿਲਣੀ ਚਾਹੀਦੀ? ਤੁਸੀਂ ਦੱਸੋ। ਮਿਲਣੀ ਚਾਹੀਦੀ ਕਿ ਨਾ ਚਾਹੀਦੀ? ਕੀ ਇਹ ਪੂਰੇ ਦੇਸ਼ ਨੂੰ ਅੱਛਾ ਹੈਲਥ ਸਿਸਟਮ ਮਿਲਣਾ ਚਾਹੀਦਾ ਕਿ ਨਹੀਂ ਚਾਹੀਦਾ? ਮਿਲਣਾ, ਬਿਲਕੁਲ ਮਿਲਣਾ ਚਾਹੀਦਾ ਜੀ। ਕੀ ਪੂਰੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਬੰਦ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਬਿਲਕੁਲ ਹੋਣਾ ਚਾਹੀਦਾ ਜੀ। ਕਿ ਪੂਰੇ ਦੇਸ਼ ਦੇ ਵਿੱਚ, ਜਿਵੇਂ ਮੋਦੀ ਸਾਹਿਬ ਕਹਿੰਦੇ ਸੀ ਮੈਂ ਇੰਨੇ 10 ਕਰੋੜ ਨੌਕਰੀਆਂ ਦੇ ਦੂੰਗਾ, ਤੇ ਦਿੱਤਾ ਕੁਛ ਵੀ ਨਹੀਂ ਜੀ। ਕਿ ਨੌਕਰੀਆਂ ਮਿਲਣੀਆਂ ਚਾਹੀਦੀਆਂ ਕਿ ਨਹੀਂ ਚਾਹੀਦੀਆਂ? ਜਿਹੜੇ ਸਾਡੇ ਪੜ੍ਹੇ ਲਿਖੇ ਬੱਚੇ ਇੱਥੋਂ MBBS ਕਰਕੇ, IELTS ਕਰਕੇ ਬਾਹਰਲੇ ਮੁਲਕਾਂ ਵਾਲੇ ਪਾਸੇ ਜਾ ਰਹੇ, ਉਹਨਾਂ ਨੂੰ ਰੋਕਿਆ ਜਾ ਸਕਦਾ। ਇਹ ਸਰਕਾਰਾਂ ਦੇ ਕੰਮ ਨੇ ਜੀ, ਇਸ ਲਈ ਤਾਂ ਲੋਕ ਸਰਕਾਰਾਂ ਨੂੰ ਚੁਣਦੇ ਆ। ਅਤੇ ਇਸ ਕਰਕੇ ਇਹ ਜਿਹੜਾ ਸਾਰਾ ਸਿਸਟਮ ਹੈ ਨਾ ਜੀ, ਇਹ ਜਗਾਉਣ ਦਾ ਜੀ। ਅਤੇ ਵਿਰੋਧੀ ਤਾਂ ਕੁਛ ਵੀ ਕਹੀ ਜਾਣ, ਵਿਰੋਧੀ ਤਾਂ ਪੰਜਾਬ ਭਾਵੇਂ ਸੋਨੇ ਦਾ ਬਣਾ ਦਿਓ, ਇਹ ਕਾਂਗਰਸੀ ਅਕਾਲੀ ਫਿਰ ਵੀ ਕਹੀ ਜਾਣਗੇ ਨਹੀਂ ਜੀ, ਨਹੀਂ ਸੋਨਾ ਡੁਪਲੀਕੇਟ ਸੀਗਾ ਜੀ। ਠੀਕ ਹੈ ਨਾ, ਇਹ ਇਹਨਾਂ ਦੀ ਪਰ ਲੋਕ ਸਿਆਣੇ ਨੇ ਜੀ। ਅੱਜ ਕੱਲ੍ਹ ਲੋਕ ਜੱਜ ਕਰਦੇ ਨੇ, ਲੋਕ ਗੈਸ ਕਰਦੇ ਨੇ ਕਿ ਕੀ ਹੋ ਰਿਹਾ, ਕਿਵੇਂ ਦਾ ਹੋ ਰਿਹਾ। ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਬੰਦਾ ਕੋਈ ਕੰਮ ਕਰਦਾ, ਕੰਮ ਬੋਲਦੇ ਨੇ, ਲੋਕਾਂ 'ਚ ਚਰਚਾਵਾਂ ਹੁੰਦੀਆਂ ਨੇ ਕਿ ਕੰਮ ਹੋ ਰਹੇ ਨੇ। ਜੇ ਕੋਈ ਕਹਿ ਰਿਹਾ ਵੀ ਕੰਮ ਆਹ ਕਰਤੇ ਜੀ, ਬੋਰਡ ਲਾਤੇ, ਫਲੈਕਸਾਂ ਲਾਤੀਆਂ, ਪਰ ਕੰਮ ਨਹੀਂ ਹੋਏ, ਤਾਂ ਫਿਰ ਲੋਕ ਵੀ ਸਮਝਦੇ ਨੇ ਵੀ ਇਹ ਤਾਂ ਫਲੈਕਸਾਂ ਫਲੂਕਸਾਂ ਵੈਸੇ ਹੀ ਲੱਗੀਆਂ ਨੇ ਜੀ। ਦੇਖੋ, ਚੰਨ ਚੜ੍ਹਿਆ ਕੁਲ ਆਲਮ ਦੇਖੇ। ਜਿਹੜਾ ਜਦੋਂ ਚੰਨ ਚੜ੍ਹਦਾ ਨਾ ਜੀ, ਉਹ ਸਾਰੀ ਦੁਨੀਆ ਨੂੰ ਪਤਾ ਲੱਗ ਜਾਂਦਾ। ਭਗਵੰਤ ਮਾਨ ਸਾਹਿਬ ਪੰਜਾਬ ਦੇ ਪਹਿਲੇ ਕ੍ਰਾਂਤੀਕਾਰੀ ਮੁੱਖ ਮੰਤਰੀ ਨੇ, ਜਿਨ੍ਹਾਂ ਦਾ ਕੰਮ ਸਿਰ ਚੜ੍ਹ ਕੇ ਬੋਲ ਰਿਹਾ ਜੀ। ਔਰ ਇੱਕ ਜਦੋਂ ਮਿਲਦੇ ਆ ਪਿੰਡਾਂ ਦੇ ਵਿੱਚ ਵੀ, ਸਾਰੇ ਕਿਤੇ ਕਹਿੰਦੇ ਜੀ ਬਹੁਤ ਅੱਛਾ ਕੰਮ ਕਰ ਰਹੀ ਤੁਹਾਡੀ ਸਰਕਾਰ। ਬਾਹਰੋਂ ਵੀ NRI ਦੇ ਫੋਨ ਆਉਂਦੇ ਨੇ ਕਿ ਬਹੁਤ ਅੱਛਾ ਕੰਮ ਕਰ ਰਹੀ ਹੈ। ਹਾਂ, ਜਦੋਂ ਕੰਮ ਕਰਦੇ ਆ ਤਾਂ ਕੁਛ ਗਲਤੀਆਂ ਹੋਣੀਆਂ ਵੀ ਸੁਭਾਵਿਕ ਹੈ ਜੀ। ਜਦੋਂ ਤੁਸੀਂ ਕੰਮ ਕਰੋਗੇ ਨੈਚੁਰਲੀ ਕਿਤੇ ਨਾ ਕਿਤੇ ਗਲਤੀ ਵੀ ਹੋਣੀ ਸੁਭਾਵਿਕ ਹੈ। ਪਰ ਜਦੋਂ ਕੋਈ ਇਨਸਾਨ ਕੰਮ ਕਰੂਗਾ ਤਾਂ ਹੀ ਗਲਤੀ ਹੋਊਗੀ ਜੀ। ਜੇ ਗਲਤੀ ਕਰੂਗਾ ਉਹਨੂੰ ਤਾਂ ਹੀ ਸੁਧਾਰੂਗਾ ਜੀ। ਸੋ
ਹੁਣ ਤੱਕ ਦੇ 6-7 ਮਹੀਨਿਆਂ ਦੇ ਕਾਰਜਕਾਲ ਦੇ ਦਰਮਿਆਨ ਜਿਹੜੇ ਪੰਜਾਬ ਦੀ ਸਰਕਾਰ ਦੀ ਗੱਲ ਕਰੀਏ, ਬਹੁਤ ਕਾਬਲੇ ਤਾਰੀਫ ਕੰਮ ਹੋਇਆ ਜੀ, ਬਹੁਤ ਐਪਰੀਸ਼ੀਏਟ ਕਰਦੇ ਨੇ। ਪੁਰਾਣੀ ਰਿਆਸਤੀ ਬਿਲਡਿੰਗ ਨੂੰ ਸੰਭਾਲਣ ਦੀ ਗੱਲ ਹੈ, ਪੁਰਾਣੇ ਗੇਟ ਔਰ ਬੱਸ ਸਟੈਂਡ ਇੱਥੇ ਬਣਾਏ ਜਾ ਰਹੇ ਆ, ਇੱਥੇ ਟਾਇਲਟ ਬਣਾਏ ਜਾ ਰਹੇ ਆ, ਇੱਥੇ ਰੰਗ ਰੋਗਨ ਕੀਤਾ ਜਾ ਰਿਹਾ ਜੀ। ਇਹ ਕਦੇ ਹੋਇਆ ਨਹੀਂ ਸੀ। ਅਸੀਂ ਕਿਹੜਾ ਮੈਨੀਫੈਸਟੋ ਲਿਖਿਆ ਸੀ ਕਿ ਅਸੀਂ ਪੁਲ ਨੂੰ ਰੰਗ ਕਰਾਂਗੇ, ਇਹ ਤਾਂ ਸਾਡੀ ਆਪਣੀ ਸ਼ਰਧਾ ਨਾ ਜੀ, ਔਰ ਸੰਗਤ ਦਾ ਆਸ਼ੀਰਵਾਦ ਹੈ ਜੀ। ਤੇ ਕੋਈ ਚੀਜ਼ਾਂ ਅਨਬਲੀਵੇਬਲ ਹੋ ਰਹੀਆਂ ਨੇ, ਜਿਵੇਂ ਕੈਬਨਿਟ ਸਾਡੇ ਸਾਰੇ ਐਮਐਲਏ ਸਾਹਿਬਾਨ ਪੰਜਾਬ ਲਈ ਕਮਿਟਡ ਨੇ ਔਰ ਪੰਜਾਬ ਲਈ ਸਪੁਰਦ ਹੋ ਕੇ ਕੰਮ ਕਰ ਰਹੇ ਆ। ਅਸੀਂ ਪੰਜਾਬੀ ਜ਼ੁਬਾਨ ਲਈ, ਪੰਜਾਬੀ ਜਿਹੜੇ ਲੋਕ ਬਾਹਰ ਬਸੇ ਹੋਏ ਨੇ ਐਨਆਰਆਈ, ਉਹ ਸਭ ਕਮਿਟਡ ਆ ਕਿ ਹੌਲੀ ਹੌਲੀ ਗੱਡੀ ਟਰੈਕ ਤੇ ਲਿਆਵਾਂਗੇ। 70 ਸਾਲਾਂ ਦਾ ਵਿਗੜਿਆ ਜਿਹੜਾ ਕੰਮ ਹੈ, ਜਿਹੜਾ ਤਾਣਾ ਬਾਣਾ 70 ਸਾਲਾਂ ਦਾ, ਉਹ ਠੀਕ ਹੋਣ ਨੂੰ ਤਾਂ ਟਾਈਮ ਲੱਗਦਾ ਜੀ, ਠੀਕ ਹੈ ਨਾ ਜੀ। ਤੇ ਹੌਲੀ ਹੌਲੀ ਠੀਕ ਹੋ ਰਿਹਾ ਤੇ ਇਨਸ਼ਾਅੱਲਾ ਪ੍ਰਮਾਤਮਾ ਕਿਰਪਾ ਕਰੇ ਉਹ ਦਿਨ ਦੂਰ ਨੇ ਜਿੱਦਣ ਪੰਜਾਬ ਦੁਬਾਰਾ ਫਿਰ ਦੇਸ਼ ਦਾ ਨੰਬਰ 1 ਸੂਬਾ ਹੋਏਗਾ। ਬਿਲਕੁਲ। ਮਾਨ ਸਾਹਿਬ, ਹਿਮਾਚਲ ਦੀ ਗੱਲ ਕਰਾਂਗੇ। ਵਿਰੋਧੀ ਇਹ ਵੀ ਕਹਿ ਰਹੇ ਨੇ, ਗੱਲਾਂ ਚਰਚਾਵਾਂ ਹੋ ਰਹੀਆਂ ਨੇ ਕਿ ਹਿਮਾਚਲ 'ਚ ਆਮ ਆਦਮੀ ਪਾਰਟੀ ਨੇ ਜ਼ੋਰ ਨਹੀਂ ਲਾਇਆ, ਵੀ ਹਿਮਾਚਲ ਤਾਂ ਪਹਿਲੀ ਹਾਰ ਮੰਨ ਗਈ ਆਮ ਆਦਮੀ ਪਾਰਟੀ, ਵੀ ਗੁਜਰਾਤ ਤੇ ਬੜਾ ਜ਼ੋਰ ਆ। ਗੁਜਰਾਤ ਤੇ ਕੀ ਕਰਨਾ ਵੀ ਉਹ ਨਰਿੰਦਰ ਮੋਦੀ ਦਾ ਗੜ੍ਹਾ, ਬੀਜੇਪੀ ਦਾ ਗੜ੍ਹਾ, ਤਾਂ ਇੰਨਾ ਜ਼ੋਰ ਲਾਇਆ ਤੁਸੀਂ, ਤਾਂ ਸਾਰੇ ਐਮਐਲਏ, ਕੈਬਨਿਟ ਮੰਤਰੀ, ਮੁੱਖ ਮੰਤਰੀ ਪੰਜਾਬ ਆਪ ਖੁਦ ਤਾਂ ਉੱਥੇ ਬੈਠ ਗਈ ਜਾ ਕੇ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਕਾਂਗਰਸ ਕਹਿੰਦੀ ਗੱਲ, ਕਾਂਗਰਸ ਦਾ ਪੰਜਾਬ 'ਚ ਕੀ ਜਲੂਸ ਨਿਕਲਿਆ ਪਿਆ ਜੀ, ਤੁਹਾਨੂੰ ਆਪ ਹੀ ਪਤਾ ਜੀ। ਸਾਰੇ ਤਾਂ ਬੀਜੇਪੀ 'ਚ ਜਾ ਵੜੇ, ਜਿੰਨੇ ਕੈਬਨਿਟ ਮੰਤਰੀ ਸੀ, ਉਹਦਾ ਮੁੱਖ ਮੰਤਰੀ ਉਹ ਬੀਜੇਪੀ ਜਾ ਵੜੇ ਜੀ। ਔਰ ਇਹ ਜਿਹੜੀ ਗੱਲ ਹੈ ਨਾ ਜੀ, ਦੂਜੀਆਂ ਸਟੇਟਾਂ ਦੇ ਵਿੱਚ, ਮਹਾਰਾਸ਼ਟਰ 'ਚ ਕੀ ਹੋਇਆ ਜੀ, ਮਹਾਰਾਸ਼ਟਰ 'ਚ ਕੀ ਹੋਇਆ ਦੇਖ ਲਓ। ਉੱਥੇ ਬੀਜੇਪੀ ਸਰਕਾਰ ਬਣਾ ਗਈ, ਕਾਂਗਰਸ ਦੇ ਚੁਣੇ ਹੋਏ ਐਮਐਲਏ ਜਿਹੜੇ ਆ ਉਹਨਾਂ ਨੂੰ ਖਰੀਦ ਕੇ ਬੀਜੇਪੀ ਸਰਕਾਰਾਂ ਬਣਾ ਗਈ। ਪੰਜਾਬ ਦੇ ਲੋਕਾਂ 'ਚ ਵੀ ਔਰ ਦੇਸ਼ ਦੇ ਲੋਕਾਂ 'ਚ ਵੀ ਇੱਕ ਗੱਲ ਚੱਲ ਪਈ, ਜੇ ਕਾਂਗਰਸ ਜਿੱਤਦੀ ਵੀ ਆ ਤਾਂ ਇਹਨਾਂ ਦਾ ਪੈਸੇ ਲੈ ਕੇ ਫਿਰ ਬੀਜੇਪੀ 'ਚ ਜਾ ਵੜਨਾ ਜੀ, ਠੀਕ ਹੈ ਨਾ। ਆਮ ਆਦਮੀ ਪਾਰਟੀ ਦਾ ਕੋਈ ਐਮਐਲਏ ਕੋਈ ਖਰੀਦਣ ਦੀ ਬੜੀ ਕੋਸ਼ਿਸ਼ ਕੀਤੀ ਹੈ, ਕੋਈ ਵਿਕਿਆ ਨਹੀਂ ਜੀ, ਕਿਉਂਕਿ ਅਸੀਂ ਸੱਚੇ ਸਿਪਾਹੀ ਹਾਂ ਭਗਵੰਤ ਮਾਨ ਸਾਹਿਬ ਦੇ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੇ। ਅਸੀਂ ਆਪਣੇ ਅਸੂਲਾਂ 'ਤੇ ਖੜ੍ਹੇ ਹਾਂ ਜੀ ਔਰ ਪੰਜਾਬ ਦੇ ਲੋਕਾਂ ਲਈ ਕਮਿਟਡ ਹਾਂ। ਅਤੇ ਵਿਰੋਧੀਆਂ ਕੋਲੇ ਇਸ ਤੋਂ ਇਲਾਵਾ ਹੋਰ ਕੋਈ ਕੰਮ, ਉਹ ਤਾਂ ਆਪ ਤਾਂ ਕੰਮ ਕਰਨ ਦੇ ਆਦੀ ਨੇ ਜੀ। ਆਪ ਤਾਂ ਹੁਣ ਰਾਜਾ ਵੜਿੰਗ ਸਾਹਿਬ ਨੂੰ ਆਪਣੇ ਹੱਥਾਂ ਪੈਰਾਂ ਦੀ ਪਈ ਹੋਈ ਹੈ ਵੀ ਜਿੱਦਣ ਨਵਜੋਤ ਸਿੱਧੂ ਆ ਗਿਆ ਉਹਨੂੰ ਪ੍ਰਧਾਨ ਬਣਾਉਣਗੇ, ਮੈਨੂੰ ਹਟਾਉਣਗੇ ਜੀ, ਠੀਕ ਹੈ ਨਾ। ਆਪਸ 'ਚ ਚਰਚਾ ਸ਼ੁਰੂ ਕਰਤੀ ਇਹਨਾਂ ਨੇ, ਚਿੱਠੀ ਲਿਖਤੀ ਜੀ, ਉੱਥੋਂ ਪਤਾ ਨਹੀਂ ਕਿੱਥੋਂ ਲਿਖਤੀ, ਕਿਹਨੇ ਲਿਖਤੀ, ਕਿਹੜੀ ਜੇਲ੍ਹ 'ਚ ਆ ਗਈ ਪਟਿਆਲੇ ਵਾਲੀ 'ਚ, ਹੈ ਨਾ। ਉਹ ਸਾਰੀਆਂ ਕਿਆਸ ਆਈਆਂ ਨੇ। ਇਹਨਾਂ ਤੋਂ ਤਾਂ ਆਪਣਾ ਜਿਹੜਾ ਸਾਰਾ ਸਿਸਟਮ ਜਿਹੜਾ ਨਾ ਆਪਣਾ ਖਰਾਬ ਹੋਇਆ ਪਿਆ ਕਾਂਗਰਸ ਦਾ। ਇਹ 'ਚ ਕੋਈ ਦੋ ਰਾਵਾਂ ਨਹੀਂ ਕਿ ਪੂਰੇ ਦੇਸ਼ ਦੇ ਵਿੱਚ ਜਿਹੜਾ ਵੈਕਿਊਮ ਇੱਕ ਬਣਿਆ ਹੋਇਆ ਕਾਂਗਰਸ ਦੇ ਖਿਲਾਫ ਔਰ ਬੀਜੇਪੀ ਦੇ ਖਿਲਾਫ, ਉਹਦਾ ਬੈਨੀਫਿਟ ਸਾਰਾ ਆਮ ਪਾਰਟੀ ਨੂੰ ਮਿਲ ਰਿਹਾ। ਉਹ ਕਿਉਂ? ਉਹ ਇਸ ਕਰਕੇ ਨਹੀਂ ਕਿ ਆਮ ਪਾਰਟੀ ਪੋਲੀਟੀਕਲ ਪਾਰਟੀ ਹੈ, ਨਹੀਂ। ਉਹ ਇਸ ਕਰਕੇ ਕਿ ਆਮ ਆਦਮੀ ਪਾਰਟੀ ਇਮਾਨਦਾਰ ਪਾਰਟੀ ਹੈ। ਆਮ ਆਦਮੀ ਪਾਰਟੀ ਜਿਹੜੀ ਗੱਲ ਕਹਿੰਦੀ ਹੈ ਉਹ ਕਰਦੀ ਹੈ। ਆਮ ਆਦਮੀ ਪਾਰਟੀ ਸਿਹਤ ਤੇ ਸਿੱਖਿਆ ਦੇ ਉੱਪਰ ਉਹਨਾਂ ਨੂੰ ਮਜਬੂਰ ਕਰਤਾ ਕਿ ਉਹਨਾਂ ਨੂੰ ਕਹਿਣਾ ਪੈ ਗਿਆ ਕਿ ਅਸੀਂ ਗੁਜਰਾਤ ਦੇ ਵਿੱਚ ਸਕੂਲ ਬਣਾਵਾਂਗੇ ਜੀ, ਅਸੀਂ ਗੁਜਰਾਤ ਦੇ ਵਿੱਚ ਹਸਪਤਾਲ ਬਣਾਵਾਂਗੇ ਜੀ, ਠੀਕ ਹੈ। ਉਹਨਾਂ ਨੇ ਨਵੇਂ ਟੈਂਡਰ ਲਾਤੇ ਜੀ, ਅਸੀਂ ਦੇਖੋ ਇੰਨੇ ਸਕੂਲਾਂ ਦਾ ਟੈਂਡਰ ਪਾਸ ਕਰਤਾ, ਸਕੂਲ ਬਣਨੇ ਸ਼ੁਰੂ ਹੋ ਗਏ ਜੀ। ਇਹ ਜਿਹੜਾ ਸਿਹਤ ਸਾਰਾ ਇਹ ਅਰਵਿੰਦ ਕੇਜਰੀਵਾਲ ਸਾਨੂੰ ਜਾਂਦਾ ਜੀ। ਪੰਜਾਬ ਦੇ ਵਿੱਚ ਬੜਾ ਕੁਛ ਚੱਲਦਾ ਰਹਿਣਾ, ਪਰ ਜਿਸ ਲਈ ਪੰਜਾਬ ਦੇ ਲੋਕਾਂ ਨੇ ਸਾਨੂੰ ਵੋਟ ਪਾਈ ਹੈ ਕਿ ਸਾਡੇ ਘਰਾਂ 'ਚੋਂ ਗਰੀਬੀ ਨਿਕਲੇ, ਗਰੀਬਾਂ ਦੇ ਕੰਮ ਹੋਣ, ਦੁਕਾਨਦਾਰਾਂ ਦੇ ਕੰਮ ਹੋਣ, ਇੰਡਸਟਰੀ ਵਾਲਿਆਂ ਨੂੰ ਬੈਨੀਫਿਟ ਹੋਵੇ, ਕਿਸਾਨ ਨੂੰ ਬੈਨੀਫਿਟ ਹੋਵੇ, ਨਵੀਆਂ ਜੌਬਾਂ ਮਿਲਣ, ਅੱਛਾ ਵਾਤਾਵਰਨ ਹੋਵੇ, ਚੰਗੀਆਂ ਸੜਕਾਂ ਹੋਣ, ਉਹ ਸਾਰਾ ਕੁਛ ਜਿਹੜਾ ਨਾ ਜੀ, ਉਹ ਸਾਰਾ ਕੁਛ ਹੌਲੀ ਹੌਲੀ ਗੱਡੀ ਲੀਹ ਤੇ ਆ ਰਹੀ ਹੈ ਜੀ। ਬਿਲਕੁਲ। ਮਾਨ ਸਾਹਿਬ, ਕਿਆਸ ਰਾਈਆਂ ਦੀ ਗੱਲ ਕਰਾਂਗੇ ਕਿਉਂਕਿ 8 ਦਸੰਬਰ ਨੂੰ ਰਿਜ਼ਲਟ ਆਉਣੇ ਨੇ, ਨਤੀਜੇ ਆਉਣੇ ਨੇ, ਹਿਮਾਚਲ ਦੇ ਵੀ ਆਉਣੇ ਨੇ, ਗੁਜਰਾਤ ਦੇ ਵੀ ਆਉਣੇ ਨੇ। ਜੱਜਮੈਂਟ ਤੁਹਾਡੀ ਲਵਾਂਗੇ ਤੇ 8 ਦਸੰਬਰ ਤੋਂ ਬਾਅਦ ਵੀ ਗੱਲ ਕਰਾਂਗੇ। ਜਿਵੇਂ ਅਰਵਿੰਦ ਕੇਜਰੀ ਮੁੱਖ ਮੰਤਰੀ ਦਿੱਲੀ ਲਗਾਤਾਰ ਕਹਿੰਦੇ ਨੇ ਕਿ ਸਾਡੀ ਜਿਹੜੀ ਜੱਜਮੈਂਟ ਹੁੰਦੀ ਆ ਉਹ ਐਵੇਂ ਨਹੀਂ ਜਾਂਦੀ। ਤੁਸੀਂ ਗੁਜਰਾਤ ਦੀ ਜੱਜਮੈਂਟ ਕਿਵੇਂ ਦੇਵੋਗੇ? ਮਤਲਬ 182 ਸੀਟਾਂ ਨੇ, ਅੱਜ 99 ਸੀਟਾਂ ਤੇ ਚੋਣ ਜਾਰੀ ਹੈ, ਜਾਨੀ ਕਿ ਵੋਟਿੰਗ ਹੋ ਰਹੀ ਆ, ਬਾਕੀ 93 ਸੀਟਾਂ ਤੇ ਦੁਬਾਰਾ ਫੇਰ ਹੋਣੀ ਆ 5 ਨੂੰ। ਕੀ ਲੱਗਦਾ 182 ਚੋਂ ਕਿੰਨੀਆਂ ਸੀਟਾਂ ਗੁਜਰਾਤ ਚੋਂ ਆਮ ਆਦਮੀ ਪਾਰਟੀ ਲੈ ਕੇ ਜਾ ਸਕਦੀ ਆ? ਦੇਖੋ, ਪਹਿਲੀ ਗੱਲ ਤਾਂ ਹੈ ਕਿ ਬੌਸ ਇਜ਼ ਆਲਵੇਜ਼ ਰਾਈਟ। ਸਾਡੇ ਬੌਸ ਨੇ ਅਰਵਿੰਦ ਕੇਜਰੀਵਾਲ ਜਿਹੜੀ ਉਹ ਗੱਲ ਕਹਿ ਰਹੇ ਆ ਬਿਲਕੁਲ ਸਹੀ ਕਹਿ ਰਿਹਾ ਔਰ ਸੱਚੀ ਕਹਿ ਰਿਹਾ। ਇਹ ਦਿੱਲੀ 'ਚ ਪਹਿਲਾਂ ਸੱਚ ਹੋਈ ਹੈ ਔਰ ਇਹ ਜਿਹੜੀ ਗੱਲ ਹੈ ਇਹ ਪੰਜਾਬ 'ਚ ਵੀ ਸੱਚ ਹੋਈ ਹੈ ਜੀ, ਵੀ ਇੰਨੀਆਂ ਸੀਟਾਂ ਆਉਣਗੀਆਂ ਲਿਖ ਕੇ ਦੇ ਦਿੱਤਾ। ਹੁਣ ਉਹਨਾਂ ਨੇ ਗੁਜਰਾਤ ਦੇ ਵਿੱਚ ਵੀ ਗੱਲ ਕਹੀ ਹੈ, ਮਾਈ ਵੇ ਆਲਵੇਜ਼ ਹਾਈਵੇ। ਇਹ ਕਦੇ ਨਹੀਂ ਮੈਂ ਇਹਦੇ ਵਿੱਚ ਵਿਸ਼ਵਾਸ ਰੱਖਦਾ ਕਿ ਜਿਹੜੀ ਗੱਲ ਮੈਂ ਕਹਿ ਰਿਹਾ ਸਿਰਫ ਉਹੀ ਹਾਈਵੇ, ਬਾਕੀ ਸਾਰੀਆਂ ਝੂਠੀਆਂ ਖਬਰਾਂ ਨੇ ਜਾਂ ਝੂਠੀਆਂ ਗੱਲਾਂ ਨੇ। ਪੰਜਾਬ ਦੇ ਔਰ ਦਿੱਲੀ ਦੇ ਹਾਲਾਤਾਂ ਨੂੰ ਦੇਖਦੇ ਹੋਏ ਗੁਜਰਾਤ ਅਤੇ ਹਿਮਾਚਲ ਦੇ ਵਿੱਚ ਮੈਂ ਇੱਕ ਗੱਲ ਕਹਾਂ, ਆਮ ਪਾਰਟੀ ਨੂੰ ਖੋਣ ਲਈ ਕੁਛ ਨਹੀਂ ਹੈ, ਪਾਉਣ ਲਈ ਹੈ ਸਾਰਾ ਕੁਛ, ਕਿਉਂਕਿ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਹੈ। ਜਿੰਨੀ ਵੋਟ ਪਰਸੈਂਟੇਜ ਪਏਗੀ, ਪਰਮਾਤਮਾ ਕਿਰਪਾ ਕਰੇ ਸਰਕਾਰ ਬਣੇ ਗੁਜਰਾਤ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਵੀ,
ਔਰ ਅਗਰ ਸਰਕਾਰ ਨਹੀਂ ਵੀ ਬਣਦੀ, ਮੰਨ ਲਓ ਕੋਈ ਇਦਾਂ ਦਾ ਕੋਈ ਸਿੰਪਟਮ ਬਣਦਾ ਵੀ ਚਲੋ ਆਪਾਂ ਇੱਕ ਦੂਜੇ ਦੋਨੇ ਰੁੱਖ ਦੇਖ ਕੇ ਚੱਲੀਏ, ਪਰ ਆਮ ਪਾਰਟੀ ਦੀ ਝੋਲੀ ਦੇ ਵਿੱਚ ਪਊਗਾ ਹੀ ਕੁਛ, ਜਾਣਾ ਕੁਛ ਨਹੀਂ। ਆਮ ਪਾਰਟੀ ਗੇਨ ਹੀ ਕਰੂਗੀ, ਪਿੱਛੇ ਜਾਣ ਦਾ ਤਾਂ ਕੋਈ ਰਸਤਾ ਹੈ ਨਹੀਂ ਜੀ। ਆਮ ਪਾਰਟੀ ਤਰੱਕੀ ਹੀ ਕਰੂਗੀ ਤੇ ਗੁਜਰਾਤ ਦੇ ਵਿੱਚ ਤਾਂ ਮੈਨੂੰ ਉਮੀਦ ਹੈ ਜੀ 101% ਅਸੀਂ ਸਰਕਾਰ ਬਣਾਵਾਂਗੇ ਜੀ। ਬਿਲਕੁਲ। ਜੇ ਹਾਲਾਤ ਚਲੋ ਨੈਗੇਟਿਵ, ਆਪਾਂ ਕਈ ਵਾਰੀ ਐਂ ਸੋਚਦੇ ਹਾਂ ਵੀ ਜੇ ਐਵੇਂ ਹੋ ਗਿਆ ਜੀ, ਐਵੇਂ ਹੋ ਗਿਆ, ਤਾਂ ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਕਿ ਵਿਰੋਧੀ ਧਿਰ 'ਚ ਤਾਂ ਅਸੀਂ ਪੱਕੇ ਹਾਂ ਜੀ, ਜੋ ਮਰਜ਼ੀ ਹੋ ਜੇ। ਕੋਈ ਅਕਾਲੀ ਦਲ ਦਾ ਕੋਈ ਲੀਡਰ ਮਿਲਿਆ ਮੈਨੂੰ ਕਿਸੇ ਫੰਕਸ਼ਨ ਤੇ ਕਹਿੰਦੇ ਜੀ ਮਾਨ ਸਾਹਿਬ ਗੁਜਰਾਤ ਦਾ ਕੀ ਲੱਗਦਾ ਜੀ? ਮੈਂ ਕਿਹਾ ਜੀ ਗੁਜਰਾਤ ਤਾਂ ਚੜ੍ਹਦੀ ਕਲਾ 'ਚ ਆਮ ਪਾਰਟੀ, ਵੀ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਵੀ ਸਾਨੂੰ ਖੋਣ ਨੂੰ ਕੁਛ ਨਹੀਂ, ਹਮੇਸ਼ਾ ਪਾਉਣ ਨੂੰ ਹੀ ਆ। ਸਾਡੀ ਝੋਲੀ 'ਚ ਆਊਗਾ ਹੀ ਕੁਛ, ਜਾਣਾ ਕੁਛ ਨਹੀਂ, ਕਿਉਂਕਿ ਅਸੀਂ ਪਹਿਲੀ ਇਲੈਕਸ਼ਨ ਲੜ ਰਹੇ ਹਾਂ। ਉਹ ਕਹਿੰਦੇ ਜੀ ਅਸੀਂ ਵੀ ਤੁਹਾਡੇ ਕਿ ਨਹੀਂ ਦੇਖ ਰਹੇ ਹਾਂ ਵੀ ਤੁਸੀਂ ਬੀਜੇਪੀ ਨੂੰ ਕੋਈ ਖੋਰਾ ਲਾਓ, ਸਾਡੀ ਵੀ ਕੋਈ ਵੈਲਿਊ ਬਣੇ ਇੱਥੇ, ਠੀਕ ਹੈ ਨਾ। ਸੋ ਸਾਰੀ ਨਜ਼ਰਾਂ ਲੱਗੀਆਂ ਹੋਈਆਂ ਨੇ ਕਿ ਬੀਜੇਪੀ ਨੂੰ ਅਗਰ ਕੋਈ ਟੱਕਰ ਦੇ ਸਕਦਾ ਪੂਰੇ ਦੇਸ਼ 'ਚ ਤਾਂ ਸਿਰਫ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸਕਦੀ ਹੈ ਜੀ। ਤੇ ਪ੍ਰਮਾਤਮਾ ਕਿਰਪਾ ਕਰੇ ਟੱਕਰ 'ਚ। ਤਾਂ ਪਹਿਲਾਂ ਕਿਹਾ ਸੀ ਕਿਉਂ ਪੜੇ ਹੋ ਚੱਕਰ ਮੇਂ ਕੋਈ ਨਹੀਂ ਆਮ ਪਾਰਟੀ ਕੀ ਟੱਕਰ ਮੇਂ, परमात्मा कृपा करेगा और चढ़ती कला रहेगी जी। बिल्कुल जी। MLA हलका नाभा तो गुरदेव सिंह देमान जो गुजरात 'ਚ तकरीबन 10 दिन लगा के आए ने ते अज वोटिंग हो रही आ। पहले पड़ाਅ ਦੀ ਅੱਜ वोटिंग हो रही ਆ ਤੇ ਦੂਜੇ ਪੜਾਅ ਦੀ 5 ਦਸੰਬਰ ਨੂੰ ਹੋਣੀ ਆ। 8 ਦਸੰਬਰ ਨੂੰ ਨਤੀਜੇ ਆਉਣੇ ਨੇ। ਨਾਭਾ ਤੋਂ MLA ਗੁਰਦੇਵ ਸਿੰਘ ਦੇਮਾਨ ਦਾ ਇਹ ਕਹਿਣਾ ਕਿ ਅਸੀਂ ਕੁਝ ਲੈ ਕੇ ਜਾਵਾਂਗੇ। ਕਹਿਣ ਦਾ ਮਤਲਬ ਪਹਿਲੀ ਵਾਰੀ ਗੁਜਰਾਤ 'ਚ ਲੜ ਰਹੇ ਹਾਂ ਤੇ ਪੂਰੀ ਟੱਕਰ ਦਵਾਂਗੇ ਬੀਜੇਪੀ ਨੂੰ। ਇੱਥੋਂ ਤੱਕ ਕਹਿ ਰਹੇ ਨੇ ਕਿ ਹਿਮਾਚਲ ਅਤੇ ਗੁਜਰਾਤ ਦੇ ਵਿੱਚ ਆਸਾਰ ਜਿਹੜੇ ਆ ਰਹੇ ਨੇ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਵੱਧ ਤੋਂ ਵੱਧ ਸੀਟਾਂ ਲੈ ਕੇ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ 8 ਦਸੰਬਰ ਦੇ ਨਤੀਜੇ ਕਿਸ ਤਰ੍ਹਾਂ ਦੇ ਆਉਣਗੇ। ਕੈਮਰਾਮੈਨ ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।